ਹੈਲੋ ਸਟੂਡੈਂਟਸ। ਅੱਜ ਆਪਣੇ ਕੰਟਰੋਲ ਸਟੇਟਮੈਂਟਸ ਕਰਨੀਆਂ ਨੇ ਸੀ ਲੈਂਗੁਏਜ ਦੇ ਵਿੱਚ। ਕੰਟਰੋਲ ਸਟੇਟਮੈਂਟਸ ਕੀ ਹੁੰਦੀਆਂ ਨੇ? ਜਿਵੇਂ ਆਪਾਂ ਤੁਸੀਂ ਪ੍ਰੋਗਰਾਮ ਦੇਖਿਆ ਹੀ ਹੈ ਪਹਿਲਾਂ ਬਣਿਆ ਹੋਇਆ ਆਪਣੇ ਕੋਲੇ ਸੀ ਲੈਂਗੁਏਜ ਦੇ ਵਿੱਚ। ਜਿਹੜਾ ਵੀ ਪ੍ਰੋਗਰਾਮ ਬਣਾਉਣੇ ਆ ਉਹ ਫਲੋ ਦੇ ਵਿੱਚ ਚੱਲਦਾ। ਇੱਕ ਫਲੋ ਮੈਂ ਤੁਹਾਨੂੰ ਦੱਸ ਦਿੰਦਾ ਕਿਵੇਂ। ਸਭ ਤੋਂ ਪਹਿਲਾਂ ਤਾਂ ਆਪਾਂ ਜਿਵੇਂ ਆਪਾਂ ਲਿਖਦੇ ਹਾਂ ਇਨਕਲੂਡ conio.h, ਫਿਰ ਇਨਕਲੂਡ stdiu.h। ਇਹ ਆਪਣੀ ਹੈਡਰ ਫਾਈਲਸ ਹੁੰਦੀਆਂ ਨੇ ਪ੍ਰੋਗਰਾਮ ਦੇ ਵਿੱਚ, ਇਹ ਤੁਹਾਨੂੰ ਪਤਾ ਹੀ ਹੈ। ਉਸ ਤੋਂ ਬਾਅਦ ਕਰਦੇ ਹਾਂ ਵਾਇਡ ਮੇਨ, ਯਾਨੀ ਮੇਨ ਫੰਕਸ਼ਨ। ਫੰਕਸ਼ਨ ਕਹਿੰਦੇ ਉਹਨੂੰ ਆਪਾਂ, ਮੇਨ ਫੰਕਸ਼ਨ ਦਾ ਨਾਮ ਹੈ। ਫੰਕਸ਼ਨ ਕੀ ਹੁੰਦੇ ਨੇ ਪ੍ਰੋਪਰ ਬਾਅਦ ਚੋਂ ਕਰਾਂਗੇ, ਬਟ ਮੈਂ ਤੁਹਾਨੂੰ ਇਹ ਗੱਲ ਦੱਸੀ ਹੀ ਹੈ ਕਿ ਆਹ ਚੀਜ਼ਾਂ ਆਪਾਂ ਨੇ ਲਿਖਣੀਆਂ ਹੀ ਲਿਖਣੀਆਂ ਹੁੰਦੀਆਂ ਨੇ ਪ੍ਰੋਗਰਾਮ ਦੇ ਵਿੱਚ। ਤਾਂ ਵਰਡ ਮੇਨ ਤੋਂ ਬਾਅਦ ਆਪਾਂ ਕਰਲੀ ਬ੍ਰੈਕਟ ਦੇ ਅੰਦਰ ਆਪਣਾ ਪ੍ਰੋਗਰਾਮ ਲਿਖਦੇ ਹਾਂ। ਲਾਸਟ ਦੇ ਵਿੱਚ ਆਪਾਂ ਸਕਰੀਨ ਨੂੰ ਦੇਖਣ ਵਾਸਤੇ, ਰੋਕਣ ਵਾਸਤੇ get ch ਇੱਕ ਫੰਕਸ਼ਨ ਯੂਜ਼ ਕਰਦੇ ਹਾਂ, ਸਟੇਟਮੈਂਟ। ਠੀਕ ਹੈ। ਤੇ ਹੁਣ ਆਪਾਂ ਦੇਖੋ ਕੀ ਹੁੰਦਾ, ਜਿਵੇਂ ਆਪਾਂ ਕੋਈ ਇੰਸਟਰਕਸ਼ਨ ਲਿਖਿਆ, ਫੋਰ ਐਗਜ਼ਾਮਪਲ ਆਪਾਂ ਇੱਥੇ ਲਿਖਿਆ printf hello फिर लिखिया printf how are you, फिर लिखिया printf what do you do, ਤਾਂ ਇਹਨਾਂ ਸਾਰਿਆਂ ਦੇ ਵਿੱਚੋਂ ਕਿਹੜੀ ਸਟੇਟਮੈਂਟ ਪਹਿਲਾਂ ਚੱਲੂਗੀ? ਆਪਾਂ ਨੂੰ ਪਤਾ ਹੈ ਪਹਿਲਾਂ ਆਹ ਵਾਲੀ ਚੱਲੂਗੀ, ਫਿਰ ਦੂਸਰੇ ਨੰਬਰ ਤੇ ਆਹ ਚੱਲੂਗੀ, ਤੀਸਰੇ ਨੰਬਰ ਤੇ ਆਹ ਵਾਲੀ ਚੀਜ਼ ਪ੍ਰਿੰਟ ਹੋਊਗੀ। ਕੀ ਇਹ ਉਲਟਾ ਹੋ ਸਕਦਾ ਹੈ ਕਿ ਤੀਜੇ ਨੰਬਰ ਵਾਲੀ ਪਹਿਲੇ ਨੰਬਰ ਤੇ ਚੱਲੇ, ਪਹਿਲੇ ਵਾਲੀ ਉੱਥੇ ਲਿਖਣੀ ਪਊਗੀ? ਯਾਨੀ ਫਲੋ ਹੁੰਦਾ ਇੱਕ ਪ੍ਰੋਗਰਾਮ ਦਾ ਕਿ ਜੋ ਆਪਾਂ ਨੇ ਪਹਿਲੇ ਨੰਬਰ ਤੇ ਲਿਖੀ ਚੀਜ਼ ਉਹ ਪਹਿਲੇ ਨੰਬਰ ਤੇ ਚੱਲੂਗੀ, ਦੂਜੇ ਅਗਲੀ ਲਾਈਨ ਲਿਖੀ ਉਹ ਅਗਲੀ ਲਾਈਨ ਚੱਲੂਗੀ। ਇਸ ਤਰੀਕੇ ਨਾਲ ਇੱਕ ਫਲੋ ਦੇ ਵਿੱਚ ਚੱਲਦਾ ਪ੍ਰੋਗਰਾਮ। ਇਹਨੂੰ ਪ੍ਰੋਗਰਾਮ ਦਾ ਫਲੋ ਕਹਿੰਦੇ ਆਪਾਂ। ਠੀਕ, ਕਿ ਪਹਿਲਾਂ ਕਿਹੜੀ ਚੀਜ਼ ਚੱਲ ਰਹੀ ਹੈ, ਯਾਨੀ ਜਿਹੜੇ ਆਰਡਰ 'ਚ ਲਿਖੀਆਂ ਹੋਣਗੀਆਂ ਆਪਾਂ ਨੇ ਵੈਲਿਊਜ਼ ਉਸੇ ਆਰਡਰ ਦੇ ਵਿੱਚ ਚੱਲਣਗੀਆਂ। ਠੀਕ ਹੈ। ਅੱਛਾ, ਹੁਣ ਜਿਹੜੀ ਆਪਾਂ ਗੱਲ ਕਰ ਰਹੇ ਹਾਂ, ਆਪਾਂ ਨਵੀਂ ਸਕਰੀਨ ਲੈ ਲੈਂਦੇ ਹਾਂ ਕਿ ਜਿਹੜਾ ਤੁਹਾਨੂੰ ਦੱਸਿਆ ਕਿ ਕੰਟਰੋਲ ਹੈ, ਜਿਹੜਾ ਫਲੋ ਹੈ, ਯਾਨੀ ਸੌਰੀ ਫਲੋ ਦੇ ਵਿੱਚ ਇੱਕ ਪ੍ਰੋਗਰਾਮ ਦਾ ਫਲੋ ਹੁੰਦਾ ਕਿ ਉੱਪਰ ਤੋਂ ਨੀਚੇ ਨੂੰ ਇਹ ਚੱਲਦਾ। ਯਾਨੀ ਪਹਿਲੀ ਲਾਈਨ ਪਹਿਲੇ ਨੰਬਰ ਤੇ, ਦੂਜੀ ਲਾਈਨ ਦੂਜੇ ਨੰਬਰ ਤੇ, ਉਸ ਤੋਂ ਬਾਅਦ ਚੱਲੂਗੀ, ਫਿਰ ਤੀਜੀ ਲਾਈਨ ਉਸ ਤੋਂ ਬਾਅਦ ਚੱਲੂਗੀ, ਇਸ ਤਰੀਕੇ ਨਾਲ। ਪਰ ਕੀ ਆਪਾਂ ਇਹਦੇ ਵਿੱਚੋਂ ਕੁਝ ਮਿਸ ਕਰ ਸਕਦੇ ਹਾਂ ਇਹ ਲਾਈਨਾਂ ਵਿੱਚੋਂ, ਕਿ ਦੂਜੀ ਲਾਈਨ ਨਾ ਚੱਲੇ ਆਪਣੀ, ਕਿ ਜਿਹੜੀ ਆਪਣੀ ਸੈਕਿੰਡ ਲਾਈਨ ਆ ਉਹ ਨਾ ਚੱਲੇ? ਕਰ ਸਕਦੇ ਹਾਂ ਇਸ ਤਰ੍ਹਾਂ ਕਿ ਆਪਣੇ ਕੋਲੇ ਜਿਹੜੀ ਆਹ ਲਾਈਨ ਹੈ ਸੈਕਿੰਡ ਲਾਈਨ ਇਹ ਨਾ ਚੱਲੇ। ਤਾਂ ਇਹਦੇ ਲਈ ਆਪਾਂ ਕੁਝ ਕੰਟਰੋਲ ਸਟੇਟਮੈਂਟਸ ਯੂਜ਼ ਕਰ ਸਕਦੇ ਹਾਂ, ਜਾਂ ਕੋਈ ਚੱਲੇ ਜਾਂ ਕਿਸੇ ਕੰਡੀਸ਼ਨ ਤੇ ਚੱਲੇ। ਜਿਵੇਂ ਜੇ ਹੈਲੋ ਉਧਰੋਂ ਵੀ ਹੈਲੋ ਆਇਆ ਤਾਂ ਆਪਾਂ ਪੁੱਛਾਂਗੇ ਹਾਊ ਆਰ ਯੂ। ਕਿਸੇ ਬੰਦੇ ਨਾਲ ਮੰਨ ਲਓ ਗੱਲ ਕਰ ਰਹੇ ਹਾਂ ਆਪਾਂ, ਤੇ ਜੇ ਉਹ ਹੈਲੋ ਆਪਾਂ ਹੈਲੋ ਬੋਲ ਰਹੇ ਹਾਂ ਉਹਨੂੰ, ਤਾਂ ਉਹਨੇ ਆਪਾਂ ਨੂੰ ਹੈਲੋ ਹੀ ਨਹੀਂ ਬੋਲਿਆ, ਆਪਾਂ ਅੱਗੇ ਪੁੱਛ ਲਾਂਗੇ ਉਹਨੂੰ ਹਾਊ ਆਰ ਯੂ? ਨਹੀਂ ਨਾ। ਤਾਂ ਇਸੇ ਤਰੀਕੇ ਨਾਲ ਮੰਨ ਲਓ ਆਪਾਂ ਨੇ ਇਸ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਲਿਖਣਾ ਹੈ ਹੈਲੋ, ਉਹ ਤੋਂ ਬਾਅਦ ਕੰਡੀਸ਼ਨ ਲਾਉਣੀ ਹੈ ਕੋਈ ਵੀ ਕਿ ਜੇ ਉਧਰੋਂ ਹੈਲੋ ਆਉਂਦੀ ਹੈ ਤਾਂ ਆਪਾਂ ਹਾਊ ਆਰ ਯੂ ਲਾਉਣਾ, ਲਿਖਣਾ ਹੈ। ਤਾਂ ਉਹਦੇ ਲਈ ਆਪਾਂ ਨੂੰ ਕੰਟਰੋਲ ਸਟੇਟਮੈਂਟਸ ਯੂਜ਼ ਕਰਨੀਆਂ ਪੈਣਗੀਆਂ। ਕੰਟਰੋਲ ਸਟੇਟਮੈਂਟਸ ਕੀ ਹੁੰਦੀਆਂ ਨੇ? ਕੰਟਰੋਲ ਸਟੇਟਮੈਂਟਸ ਅਜਿਹੀਆਂ ਸਟੇਟਮੈਂਟਸ ਜਿਹੜੀਆਂ ਕੀ ਕਰਦੀਆਂ ਨੇ, ਪ੍ਰੋਗਰਾਮ ਦੇ ਫਲੋ ਨੂੰ ਕੰਟਰੋਲ ਕਰਦੀਆਂ ਨੇ। ਯਾਨੀ ਪ੍ਰੋਗਰਾਮ ਇੱਕ ਸੀਰੀਜ਼ ਦੇ ਵਿੱਚ ਚੱਲ ਰਿਹਾ ਸੀ, ਆਪਾਂ ਚਾਹੁੰਦੇ ਹਾਂ ਕਿ ਪ੍ਰੋਗਰਾਮ ਦੇ ਵਿੱਚ ਪਹਿਲਾਂ ਪਹਿਲੀ ਲਾਈਨ ਚੱਲੇ, ਦੂਜੀ ਲਾਈਨ ਕਿਸੇ ਕੰਡੀਸ਼ਨ ਤੇ ਚੱਲੇ ਜਾਂ ਨਾ ਚੱਲੇ।
ਠੀਕ ਹੈ, ਉਹਨੂੰ ਆਪਾਂ ਕਰ ਸਕਦੇ ਹਾਂ ਇਸ ਤਰੀਕੇ ਨਾਲ। ਤਾਂ ਉਹਨੂੰ ਆਪਾਂ ਕੰਟਰੋਲ ਸਟੇਟਮੈਂਟਸ ਕਹਿੰਦੇ ਆ। ਤਾਂ ਉਹਦੇ ਲਈ ਮਤਲਬ ਕੰਟਰੋਲ ਸਟੇਟਮੈਂਟਸ ਆਪਾਂ ਯੂਜ਼ ਕਰ ਸਕਦੇ ਹਾਂ, ਠੀਕ ਹੈ। ਤਾਂ ਕੰਟਰੋਲ ਸਟੇਟਮੈਂਟਸ ਵਾਸਤੇ ਆਪਾਂ ਇਹਦੇ ਵਿੱਚ ਕੰਟਰੋਲ ਸਟੇਟਮੈਂਟਸ ਕਿਹੜੀਆਂ ਨੇ, 3 ਤਰ੍ਹਾਂ ਦੀਆਂ ਨੇ ਮੇਨ। ਪਹਿਲਾਂ ਉਹਦੀਆਂ ਟਾਈਪਸ ਦੇਖ ਲਓ, ਫਿਰ ਉਹ ਕਿਵੇਂ ਕੰਮ ਕਰਦੀਆਂ ਨੇ ਉਹ ਮੈਂ ਤੁਹਾਨੂੰ ਦਿਖਾ ਦੂੰਗਾ ਪ੍ਰੋਗਰਾਮ ਦੇ ਵਿੱਚ। ਪਹਿਲੀ ਟਾਈਪ ਹੈਗੀ ਹੈ ਆਪਣੀ ਹਾਂਜੀ, ਆਪਾਂ ਗੱਲ ਕਰ ਰਹੇ ਸੀ ਕਿ ਬ੍ਰਾਂਚਿੰਗ ਮਤਲਬ ਕੰਟਰੋਲ ਸਟੇਟਮੈਂਟ ਦੀਆਂ ਟਾਈਪਸ। ਇਹਦੇ ਵਿੱਚ 3 ਟਾਈਪਸ ਨੇ। ਪਹਿਲੀ ਹੈਗੀ ਹੈ ਬ੍ਰਾਂਚਿੰਗ, ਦੂਜੀ ਹੈਗੀ ਹੈ ਲੂਪਿੰਗ ਸਟੇਟਮੈਂਟਸ, ਤੀਜੀ ਹੈਗੀ ਹੈ ਜੰਪਿੰਗ ਸਟੇਟਮੈਂਟਸ। ਬ੍ਰਾਂਚਿੰਗ ਦੇ ਵਿੱਚ ਕਿਹੜੀਆਂ ਆ ਜਾਂਦੀਆਂ ਨੇ? ਬ੍ਰਾਂਚਿੰਗ ਵੀ ਇੱਕ ਟਾਈਪ ਹੈ ਕੰਟਰੋਲ ਸਟੇਟਮੈਂਟਸ ਦੀ। ਉਹਦੇ ਵਿੱਚ ਕਿਹੜੀਆਂ ਆ ਜਾਂਦੀਆਂ ਨੇ? ਇਫ ਜਾਂ ਫਿਰ ਇਫ ਐਲਸ ਇਕੱਠਾ, ਉਸ ਤੋਂ ਬਾਅਦ ਸਵਿਚ ਕੇਸ, ਇਹ ਵਾਲੀਆਂ ਸਟੇਟਮੈਂਟਸ ਆ ਜਾਂਦੀਆਂ ਨੇ ਬ੍ਰਾਂਚਿੰਗ ਦੇ ਵਿੱਚ। ਲੂਪਿੰਗ ਦੇ ਵਿੱਚ 3 ਤਰ੍ਹਾਂ ਦੇ ਲੂਪ ਹੁੰਦੇ ਨੇ, ਫॉर ਲੂਪ, ਉਸ ਤੋਂ ਬਾਅਦ ਵਾਈਲ ਤੇ ਡੂ ਵਾਈਲ। ਠੀਕ, ਜਿਹੜੀ ਜੰਪਿੰਗ ਸਟੇਟਮੈਂਟਸ ਨੇ ਉਹ ਵੀ 3 ਤਰ੍ਹਾਂ ਦੀਆਂ ਨੇ, ਬ੍ਰੇਕ, go to and continue। ਠੀਕ, ਤੇ ਇਹ ਵਾਲੀਆਂ ਜਿਹੜੀਆਂ ਸਟੇਟਮੈਂਟਸ ਨੇ 3 ਤਰ੍ਹਾਂ ਦੀਆਂ ਨੇ ਕੰਟਰੋਲ ਸਟੇਟਮੈਂਟਸ, ਬ੍ਰਾਂਚਿੰਗ, ਲੂਪਿੰਗ ਤੇ ਜੰਪਿੰਗ, ਬਹੁਤ ਜ਼ਿਆਦਾ ਇੰਪੋਰਟੈਂਟ ਨੇ ਸੀ ਦੇ ਵਿੱਚ। ਵੈਰੀ ਇੰਪੋਰਟੈਂਟ ਨੇ। ਜੇ ਤੁਹਾਨੂੰ ਆਉਣ ਲੱਗ ਗਈਆਂ ਦੈਟ ਮੀਨਸ ਤੁਸੀਂ ਬਹੁਤ ਤਰ੍ਹਾਂ ਦੇ ਪ੍ਰੋਗਰਾਮ ਈਜ਼ੀਲੀ ਬਣਾ ਸਕਦੇ ਹੋ। ਯਾਨੀ ਸੌਫਟਵੇਅਰ ਬਣਾਉਣ ਲਈ ਪ੍ਰੋਗਰਾਮ ਬਣਾਉਣੇ ਪੈਣੇ ਨੇ ਨਾ ਆਪਾਂ ਨੂੰ, ਤਾਂ ਦੈਟ ਮੀਨਸ ਤੁਸੀਂ ਈਜ਼ੀਲੀ ਫਿਰ ਸੌਫਟਵੇਅਰ ਬਣਾਉਣ ਦੇ ਯੋਗ ਹੋ ਸਕਦੇ ਹੋ ਜੇ ਆ ਸਿਰਫ 3 ਤਰ੍ਹਾਂ ਦੀਆਂ ਕੰਟਰੋਲ ਸਟੇਟਮੈਂਟਸ ਨੂੰ ਸਿੱਖ ਲਿਆ। ਠੀਕ, ਬੜੀਆਂ ਈਜ਼ੀ ਨੇ, ਬਹੁਤ ਆਸਾਨ ਨੇ, ਬਟ ਆਪਾਂ ਨੇ ਧਿਆਨ ਨਾਲ ਥੋੜ੍ਹੀਆਂ ਜਿਹੀਆਂ ਕਰਨੀਆਂ ਨੇ ਕਿਹਦਾ ਕੀ ਮੀਨਿੰਗ ਹੈ। ਤਾਂ ਪਹਿਲੇ ਨੰਬਰ ਤੇ ਆਪਾਂ ਕਰਦੇ ਹਾਂ ਬ੍ਰਾਂਚਿੰਗ ਸਟੇਟਮੈਂਟਸ। ਬ੍ਰਾਂਚਿੰਗ ਸਟੇਟਮੈਂਟਸ ਪਹਿਲਾਂ ਦੇਖਦੇ ਹਾਂ ਆਪਾਂ ਆਹ ਵਾਲੀਆਂ। ਤਾਂ ਬ੍ਰਾਂਚਿੰਗ ਸਟੇਟਮੈਂਟਸ ਦੇ ਵਿੱਚ ਕਿਹੜੀਆਂ ਹੁੰਦੀਆਂ ਨੇ? ਇਫ ਐਲਸ ਤੇ ਸਵਿਚ ਕੇਸ। ਸਵਿਚ ਸਟੇਟਮੈਂਟ ਜਾਂ ਸਵਿਚ ਕੇਸ ਕਹਿੰਦੇ ਨੇ ਆਪਾਂ। ਤਾਂ ਆਪਾਂ ਪਹਿਲਾਂ ਇਫ ਦੀ ਗੱਲ ਕਰਦੇ ਹਾਂ। ਇਫ ਸਟੇਟਮੈਂਟ ਆਪਾਂ ਕੀ ਕਰ ਰਹੇ ਹਾਂ ਅਸਲ ਦੇ ਵਿੱਚ? ਆਪਾਂ ਇੱਥੇ ਬ੍ਰਾਂਚਿੰਗ ਕਰ ਰਹੇ ਹਾਂ, ਬ੍ਰਾਂਚਿੰਗ ਸਟੇਟਮੈਂਟਸ। ਬ੍ਰਾਂਚਿੰਗ ਦੇ ਵਿੱਚ ਇਫ ਯੂਜ਼ ਕਰ ਰਹੇ ਹਾਂ। ਠੀਕ, ਬ੍ਰਾਂਚਿੰਗ ਦੇ ਵਿੱਚ ਇਫ ਸਟੇਟਮੈਂਟ ਪਹਿਲਾਂ ਦੇਖਿਆ ਕਿਵੇਂ ਕੰਮ ਹੈ। ਹੁਣ ਦੇਖੋ ਇਫ ਕੀ ਹੈ? ਪਹਿਲਾਂ ਤਾਂ ਇਹ ਲਾਈਨ ਜਦੋਂ ਆਪਾਂ ਪ੍ਰੋਗਰਾਮ ਦੇ ਵਿੱਚ ਹੀ ਲਿਖਾਂਗੇ ਇਫ ਨੂੰ, ਤਾਂ ਇਫ ਲਿਖਣਾ ਕਿਵੇਂ ਹੈ? ਆਪਾਂ ਕੋਈ ਵੀ ਕੰਡੀਸ਼ਨ ਇਹਦੇ ਵਿੱਚ ਲਾਉਣੀ ਹੁੰਦੀ। ਇਹ ਪਹਿਲਾਂ ਇਫ ਲਿਖਣਾ, ਕੀਵਰਡ ਹੈ ਇਹ, ਫਿਰ ਬ੍ਰੈਕਟ ਸਟਾਰਟ, ਰਾਉਂਡ ਬ੍ਰੈਕਟ, ਗੋਲ ਬ੍ਰੈਕਟ, ਉਹਦੇ ਵਿੱਚ ਆਪਾਂ ਕੋਈ ਕੰਡੀਸ਼ਨ ਲਿਖਾਂਗੇ। ਫੋਰ ਐਗਜ਼ਾਮਪਲ ਇਫ A is greater than B। ਠੀਕ, ਤਾਂ ਕੀ ਹੋਊਗਾ?
ਤਾਂ ਆਪਾਂ ਲਿਖਾਂਗੇ ਅੱਛਾ ਇਫ ਤੋਂ ਬਾਅਦ ਕਰਲੀ ਬ੍ਰੈਕਟ ਜ਼ਰੂਰ ਪਾਉਣੀ ਹੈ ਠੀਕ ਕਰਲੀ ਬ੍ਰੈਕਟ ਤੋਂ ਬਿਨਾਂ ਵੀ ਜੇ ਚੱਲ ਸਕਦਾ ਬਾਕੀ ਉਹ ਬਾਅਦ ਚ ਦੱਸਾਂਗੇ ਆਪਾਂ ਇੰਨਾ ਉਲਝਣਾ ਨਹੀਂ ਪਹਿਲਾਂ ਦੇਖਣਾ ਕਿ ਇਫ ਪ੍ਰੋਪਰ ਕਿਵੇਂ ਚੱਲਦਾ ਹਰੇਕ ਕੇਸ ਦੇ ਵਿੱਚ ਇਫ ਦੇ ਨਾਲ ਪਹਿਲਾਂ ਆਪਾਂ ਰਾਉਂਡ ਬ੍ਰੈਕਟ ਲਾਵਾਂਗੇ ਠੀਕ ਹੈ ਉਹਦੇ ਵਿੱਚ ਕੀ ਲਿਖਾਂਗੇ ਇਹਨੂੰ ਕੀ ਕਹਿੰਦੇ ਆਪਾਂ ਕੰਡੀਸ਼ਨ ਕਲਰ ਆਪਣੇ ਕੋਲੇ ਕੰਡੀਸ਼ਨ ਇਹਨੂੰ ਕੀ ਕਹਿੰਦੇ ਆਪਾਂ ਕੰਡੀਸ਼ਨ ठीक है आ जी पूरी लिखी हुई है आ पूरी की पूरी की है कंडीशन ठीक है उस तो बाद आ की है इफ दी बॉडी है आ की चीज है इफ दी बॉडी ये मैं वैसे लिख रहा प्रोग्राम च नहीं लिखना ये थोड़े याद रखने लिए कि एक ही चीज है इफ दी बॉडी है ऊपर जी लिखी है वो की है कंडीशन ठीक अच्छा इरेजर अपने कोले हाँ अच्छा इफ दी बॉडी दे विच की लिखांगे हुण जिहड़ी चीज़ आपां चाहुंदे आ भी आह गल जिहड़ी लिखी हुई है इहदे सही होए ते ओह चीज़ चले तां ओहनूं आपां इफ दी बॉडी दे विच लिखांगे आह करली ब्रैकेट तो आह करली ब्रैकेट दे विच लिखांगे तां आपां चाहुंदे आ की चले जिहड़ी भी स्टेटमेंट मान लो आपां एग्जांपल printf a is greater than b ਤਾਂ ਆ ਚੀਜ਼ ਪ੍ਰਿੰਟ ਹੋਊਗੀ यानी प्रोग्राम दे विच जे आपां आ इफ कंडीशन किते लाई हुई है ठीक है तो जे ए दी वैल्यू वाकई वड्डी है बी तो आह वाली स्टेटमेंट चलूगी यानी प्रिंट होगा स्क्रीन दे ऊपर ए इज ग्रेटर दैन बी नहीं तो प्रिंट नहीं होगा यानी इफ दी बॉडी दा चलना किते डिपेंड करदा निर्भर करदा दी कंडीशन दे ऊपर जे कंडीशन सही है तो बॉडी दे विच जे सही है तो बॉडी दे विच आऊ नहीं तो की होगा है प्रोग्राम तो बाहर आजू जे गलत है कंडीशन अपनी लाई हुई जड़ी वो गलत है ये बोर्ड अपन नवा यूज कर रहे हैं तो करके थोड़ी जी प्रॉब्लम आ रही है जे कंडीशन अपनी की है गलत है ठीक है ये हुण आपां प्रोग्राम दे विच करके देखांगे इस चीज़ नूं ताकि आपां नूं गल समझ आ जाए ठीक है आप एक प्रोग्राम बनावांगे छोटा जा भी जे ए दी वैल्यू बी तो वड्डी है तो आ वाला प्रिंट होगी गल नहीं तो फिर प्रिंट नहीं होगी तो आपां हुण इहनूं प्रैक्टिकली करके देखते हैं ठीक हाँ जी इधर देखो हम आप प्रोग्राम दोबारा तो बना लो नवा आप की लिखांगे पहली लाइन इंक्लूड conio डॉट एच अगली लाइन की लिख देना सी दे लिए इंक्लूड stdio डॉट एच ठीक उस तो बाद आप करांगे वाइड मेन हमेशा लिखनियां ही लिखनियां ने आ लाइन तो बिना वाइड मेन तो बिना तो कदे भी प्रोग्राम नहीं चलूगा ठीक है आ करली ब्रैकेट्स लिखनियां ही लिखनियां ने उस तो बाद गेट सी एच ये तो आदत पा लो कि पहला सब तो पहले लिख देनियां ने आ लाइन जेड़ियां हुण मैं इत्थे लिखियां ने ठीक है उस तो बाद करली ब्रैकेट तो बाद स्टार्ट करना है हुण आपां की करना चाहुंदे जो भी अच्छा आपने कहा सी कि ए बी तो वड्डा पहला आपां नूं ए लेना भी पਊਗਾ ए अपने पिछले लेक्चर दे विच कीता कि वेरिएबल आपां लै सकदे हां ए बी सी डी है ना
ਡੱਬੇ ਮੈਮਰੀ ਦੇ, ਤਾਂ ਆਪਾਂ ਉਹਦੇ ਵਿੱਚ ਵੈਲਿਊ ਪਾ ਕੇ ਰੱਖਾਂਗੇ। ਤਾਂ ਆਪਾਂ ਕੀ ਲਿਖਾਂਗੇ, ਇੰਟ a ਕੌਮਾ b। ਠੀਕ, ਦੋ ਵੈਲਿਊਜ਼ ਲੈ ਲਈਆਂ। a ਦੇ ਵਿੱਚ ਆਪਾਂ ਨੇ 6 ਭਰਤਾ, ਠੀਕ। b ਦੇ ਵਿੱਚ ਇਕੁਅਲ ਟੂ ਦਾ ਮਤਲਬ ਇੱਥੇ ਕੀ ਹੁੰਦਾ, ਅਸਾਈਨਮੈਂਟ ਆਪਰੇਟਰ, ਕਿ b ਦੇ ਵਿੱਚ ਵੈਲਿਊ ਜਾਊਗੀ ਜਿਹੜੀ ਆਪਾਂ ਰਾਈਟ ਸਾਈਡ ਤੇ ਹੋਊਗੀ। ਜਾਂ ਰਾਈਟ ਸਾਈਡ ਤੇ ਸਿੰਪਲ ਵੈਲਿਊ ਹੋ ਸਕਦੀ ਹੈ, ਯਾਨੀ ਕੌਨਸਟੈਂਟ ਵੈਲਿਊ, ਜਿਵੇਂ 8 10 ਕੋਈ ਵੀ ਨੰਬਰ ਕੁਝ ਵੀ ਹੋ ਸਕਦਾ, ਜਾਂ ਫਿਰ ਕੀ ਹੋਊਗਾ, ਵੇਰੀਏਬਲ। ਜਿਵੇਂ ਇੱਥੇ ਆਪਾਂ ਆ ਵੀ ਲਿਖ ਸਕਦੇ ਸੀ, b ਦੇ ਵਿੱਚ a ਦੀ ਵੈਲਿਊ ਪਾ ਦਿੱਤੀ ਜਾਵੇ, ਇਹਦਾ ਮਤਲਬ ਇਹ ਹੈ। ਠੀਕ ਹੈ, a ਵਾਲੀ ਏਜ ਕਿੰਨਾ ਸੀਗਾ 6, ਤਾਂ b ਦੇ ਵਿੱਚ ਵੀ ਕਿੰਨਾ ਚਲੇਗਾ ਹੁਣ 6। ਪਰ ਆਪਾਂ ਇੱਥੇ 6 ਨਹੀਂ ਕਰਨਾ ਚਾਹੁੰਦੇ, ਆਪਾਂ ਕੀ ਕਰਨਾ ਚਾਹੁੰਦੇ ਹਾਂ, ਕੋਈ ਹੋਰ ਵੈਲਿਊ, ਯਾਨੀ ਆਪਾਂ ਕੋਈ ਵੀ ਲਿਖ ਦੋ 8। ਠੀਕ, ਉਸ ਤੋਂ ਬਾਅਦ ਹੁਣ ਆਪਾਂ ਇਫ ਯੂਜ਼ ਕਰਦੇ ਹਾਂ। ਇਫ ਜੇ, ਇਫ ਦਾ ਮਤਲਬ ਜੇ ਹੀ ਹੁੰਦਾ, ਜੇ a ਇਜ਼ ਗ੍ਰੇਟਰ ਦੈਨ b ਹੋਵੇ, ਕੰਡੀਸ਼ਨ ਲਿਖੀ ਆਪਾਂ ਨੇ, ਆ ਕੇ ਲਿਖੀ ਹੈ a ਇਜ਼ ਗ੍ਰੇਟਰ ਦੈਨ b, ਆ ਪੂਰੀ ਕੀ ਹੈ ਇੱਥੋਂ ਲੈ ਕੇ ਇੱਥੇ ਤੱਕ, ਆ ਪੂਰੀ a ਇੱਥੋਂ ਲੈ ਕੇ a ਇਜ਼ ਗ੍ਰੇਟਰ ਦੈਨ b, ਇਹ ਕੀ ਹੈ ਕੰਡੀਸ਼ਨ। ਜੇ ਕੰਡੀਸ਼ਨ ਸਹੀ ਹੈ ਤਾਂ ਉਹਦੀ ਬੋਡੀ ਚੱਲੂਗੀ ਕਿਹਦੀ, ਇਫ ਦੀ। ਇਫ ਦੀ ਬੋਡੀ ਕੀ ਹੈ, ਬਣਾ ਲੈਣੇ ਆਪਾਂ, ਕਰਲੀ ਬ੍ਰੈਕਟ ਦੇ ਵਿੱਚ ਬਣੂਗੀ। ਠੀਕ, ਜੇ a b ਤੋਂ ਵੱਡਾ ਹੈ ਤਾਂ ਕੀ ਕਰਨਾ ਚਾਹੁੰਦੇ ਆਪਾਂ, ਪ੍ਰਿੰਟ ਕਰੇ, ਪ੍ਰਿੰਟ f, ਕੀ ਲਿਖੇ ਸਕਰੀਨ ਦੇ ਉੱਪਰ, a ਵੱਡਾ ਹੈ b ਤੋਂ। ਲਿਖ ਸਕਦੇ ਇਸ ਤਰ੍ਹਾਂ, ਬਿਲਕੁਲ ਲਿਖ ਸਕਦੇ ਆ। ਇਹਨਾਂ ਕੰਪਾਈਲਰ ਨੇ, ਆਪਣੇ ਪ੍ਰੋਗਰਾਮ ਨੇ ਇਹ ਨਹੀਂ ਦੇਖਣਾ ਕਿ ਆ ਡਬਲ ਕੋਟਸ ਦੇ ਵਿੱਚ ਜੋ ਲਿਖਿਆ ਉਹਦਾ ਮੀਨਿੰਗ ਕੀ ਹੈ। ਕੁਛ ਮਰਜ਼ੀ ਲਿਖਿਆ ਹੋਵੇ, ਜੋ ਮਰਜ਼ੀ A B C ਕੋਈ ਕੌਮੇ ਬਿੰਦੀਆਂ ਜੋ ਮਰਜ਼ੀ ਲਿਖ ਦੋ, ਉਹ ਐਜ਼ ਇਟ ਇਜ਼ ਹੀ ਪ੍ਰਿੰਟ ਹੋ ਜਾਊਗਾ। ਠੀਕ, ਕੁਛ ਚੀਜ਼ਾਂ ਨਹੀਂ ਹੁੰਦੀਆਂ, ਉਹ ਤੁਹਾਨੂੰ ਪਰਸੈਂਟੇਜ ਜਿਵੇਂ ਨਹੀਂ ਹੁੰਦਾ, ਉਹ ਪਰਸੈਂਟੇਜ ਦਾ ਕੀ ਪ੍ਰਿੰਟ ਹੁੰਦਾ, ਜੋ ਉਹਦੇ ਕੋਮਾ ਪਾ ਕੇ ਇੱਥੇ ਨਾਲ ਲਿਖਿਆ ਜਾਂਦਾ ਹੁੰਦਾ, ਉਹ ਤੁਸੀਂ ਛੱਡੋ। ਬਸ ਇੰਨਾ ਕੁ ਯਾਦ ਰੱਖੋ, ਜੋ ਵੀ ਡਬਲ ਕੋਟਸ ਦੇ ਵਿੱਚ ਲਿਖੂਗਾ ਲਿਖਿਆ ਜਾਊ, ਉਹ ਐਜ਼ ਇਟ ਇਜ਼ ਪ੍ਰਿੰਟ ਹੋ। ਚਾਹੇ ਆਪਾਂ ਇੰਗਲਿਸ਼ 'ਚ ਲਿਖੀਏ, ਪੰਜਾਬੀ 'ਚ ਲਿਖੀਏ, ਉਰਦੂ 'ਚ ਲਿਖ ਦਈਏ, ਸ਼ਬਦ ਤਾਂ ਉਹਦੇ ਮਤਲਬ ਅਲਫਾਬੈਟ ਤਾਂ ਉਹਦੇ ਆਹ ਤਾਂ ਟੀ ਪਾਵਾਂਗੇ, ਉਹ ਪਾਵਾਂਗੇ, ਹਿੰਦੀ 'ਚ ਲਿਖ ਦੋ ए बड़ा है बी से, है ना, ए बड़ा है बी डी ए बड़ा है बी से एस ई, है ना। और इंग्लिश च पावांगे ना सारे लैटर्स, लैटर्स तो इंग्लिश च पाने पैणगे, बट ਆਪਾਂ ਲਿਖ ਕੁਛ ਮਰ ਸਕਦੇ ਆ, ਤੇ ਮੀਨਿੰਗ ਦਾ ਤਾਂ ਉਹਨੇ ਕੁਛ ਨਹੀਂ ਲੈਣਾ ਦੇਣਾ। ਉਹ ਜੋ ਵੀ ਅੱਖਰ ਨੇ ਜਿਵੇਂ ਜਿਵੇਂ ਪਏ ਨੇ, ਉਹਨੇ ਕੰਪਾਈਲਰ ਨੇ, ਆਪਣੇ ਕੰਪਿਊਟਰ ਨੇ ਐਜ਼ ਇਟ ਇਜ਼ ਹੀ ਪ੍ਰਿੰਟ ਕਰ ਦੇਣੇ ਨੇ ਸਕਰੀਨ ਦੇ ਉੱਪਰ। ਠੀਕ ਆ ਬਈ, ਉਸ ਤੋਂ ਬਾਅਦ ਸੈਮੀਕੋਲਨ। ਅੱਛਾ, ਇੱਕ ਗੱਲ ਇੱਥੇ ਨੋਟ ਕਰਨ ਵਾਲੀ ਹੈ ਕਿ ਆਪਾਂ ਕਹਿੰਦੇ ਸੀ ਹਰੇਕ ਲਾਈਨ ਤੋਂ ਬਾਅਦ ਆਪਾਂ ਸੈਮੀਕੋਲਨ ਪਾਵਾਂਗੇ। ਇੱਥੇ ਪਿਛਲੇ ਲੈਕਚਰ ਦੇਖਿਆ ਸੀ ਇਫ ਤੋਂ ਬਾਅਦ ਸੈਮੀਕੋਲਨ ਨਹੀਂ ਪਿਆ। ਕਿਉਂ ਨਹੀਂ ਪਿਆ? ਕਿਉਂਕਿ ਇਫ ਤੋਂ ਬਾਅਦ ਆਪਾਂ ਨੂੰ ਪਤਾ ਹੈ ਕੋਈ ਨਾ ਕੋਈ ਸਟੇਟਮੈਂਟ ਆ ਰਹੀ ਹੈ, ਤਾਂ ਨਹੀਂ ਪਿਆ। ਜਾਂ ਫਿਰ ਇਹ ਕਹਿ ਸਕਦੇ ਹਾਂ ਕਿ ਜੀ ਤੋਂ ਬਾਅਦ ਜਿਹੜੀ ਸਟੇਟਮੈਂਟ ਲਾਈਨ ਤੋਂ ਬਾਅਦ ਕਰਲੀ ਬ੍ਰੈਕਟ ਸਟਾਰਟ ਹੋਵੇ, ਕਰਲੀ ਬ੍ਰੈਕਟ ਸਟਾਰਟ ਹੋਵੇ, ਉੱਥੇ ਆਪਾਂ ਨੂੰ ਇੱਥੇ ਨਹੀਂ ਪਾਉਣ ਦੀ ਲੋੜ ਹੁੰਦੀ। ਕਿਉਂਕਿ ਠੀਕ ਹੈ, ਬਸ ਇਹ ਯਾਦ ਰੱਖੋ, ਠੀਕ ਹੈ, ਪਾਉਣ ਦੀ ਲੋੜ ਨਹੀਂ ਹੁੰਦੀ ਆਪਾਂ ਇੱਥੇ, ਮਤਲਬ ਪਊਗਾ ਹੀ ਨਹੀਂ। ਜੇ ਪਾਵਾਂਗੇ ਤਾਂ ਗਲਤ ਹੋਊਗਾ, ਉਹ ਐਰਰ ਹੋਊਗੀ ਇੱਥੇ, ਇਹ ਚੱਲਣਾ ਨਹੀਂ ਪ੍ਰੋਗਰਾਮ। ਠੀਕ ਹੈ, ਤੇ ਉਸ ਤੋਂ ਬਾਅਦ ਆਪਾਂ ਗੈਟ ਸੀ ਐਚ ਲਿਖਿਆ ਹੈ। ਹੁਣ ਪ੍ਰੋਗਰਾਮ ਜੇ ਰਨ ਕਰਕੇ ਦੇਖਾਂਗੇ, ਆਪਾਂ ਨੂੰ ਲੱਗਦਾ ਵੀ ਪਹਿਲਾਂ ਪਹਿਲੀ ਲਾਈਨ ਚੱਲੂਗੀ, ਫਿਰ ਆਹ ਲਾਈਨ ਚੱਲੂਗੀ, ਫਿਰ ਆਹ ਲਾਈਨ, ਇੱਥੇ ਤੱਕ ਸਹੀ ਹੈ ਬਿਲਕੁਲ। ਬਟ ਆਪਾਂ ਨੂੰ ਲੱਗਦਾ ਵੀ ਆਹ ਲਾਈਨ ਚੱਲੂ, ਬਿਲਕੁਲ ਚੱਲੂਗੀ। ਉਸ ਤੋਂ ਬਾਅਦ ਆਹ ਲਾਈਨ ਚੱਲੂਗੀ, ਇਹ ਲਾਈਨ ਉਦੋਂ ਚੱਲੂਗੀ ਜਦੋਂ ਆਹ ਗੱਲ ਸਹੀ ਹੋਊਗੀ। ਇਹੀ ਕੰਟਰੋਲ ਹੈ। ਕੰਟਰੋਲ ਸਟੇਟਮੈਂਟਸ ਆਪਾਂ ਗੱਲ ਕਰ ਰਹੇ ਹਾਂ ਨਾ, ਕੰਟਰੋਲ ਸਟੇਟਮੈਂਟਸ ਦੀ। ਇਫ ਕੀ ਹੈ, ਇੱਕ ਕੰਟਰੋਲ ਸਟੇਟਮੈਂਟ ਸੀ ਜੇ ਬ੍ਰਾਂਚਿੰਗ ਟਾਈਪ ਦੀ। ਤਾਂ ਕੰਟਰੋਲ ਦਾ ਮੀਨਿੰਗ ਕੀ ਹੋਇਆ ਇੱਥੇ, ਕਿ ਪ੍ਰੋਗਰਾਮ ਦਾ ਜਿਹੜਾ ਫਲੋ ਸੀ, ਕਿ ਪਹਿਲਾਂ ਪਹਿਲੀ ਲਾਈਨ ਚੱਲੀ, ਫਿਰ ਦੂਜੀ ਲਾਈਨ ਚੱਲੀ, ਫਿਰ ਤੀਜੀ ਲਾਈਨ ਚੱਲੀ, ਫਿਰ ਚੌਥੀ ਲਾਈਨ ਚੱਲੀ, ਫਿਰ ਅਗਲੀ ਲਾਈਨ, ਇਹ ਕਦੋਂ ਚੱਲੂਗੀ, ਜੇ ਆਪਾਂ ਆਪਣੇ ਕੋਲ ਆਹ ਗੱਲ ਸਹੀ ਹੋਊਗੀ, A B ਤੋਂ ਵੱਡਾ। ਹੁਣ ਇੱਥੇ A B ਤੋਂ ਵੱਡਾ ਹੈ, ਸਹੀ ਗੱਲ ਹੈ ਨਹੀਂ, ਤਾਂ ਕਰਕੇ ਇਹ ਆਹ ਵਾਲੀ ਲਾਈਨ ਨੂੰ, ਮਤਲਬ ਇਫ ਦੀ ਕੰਡੀਸ਼ਨ ਜੇ ਸਹੀ ਨਹੀਂ ਹੈਗੀ ਤਾਂ ਇਫ ਦੀ ਬੋਡੀ ਵਾਲੀਆਂ ਚੀਜ਼ਾਂ, ਯਾਨੀ ਪ੍ਰਿੰਟ ਐਫ A ਵੱਡਾ ਹੈ B ਤੋਂ ਨਹੀਂ ਚੱਲੂਗਾ, ਜੇ ਸਹੀ ਨਹੀਂ ਹੈ। ਜੇ ਸਹੀ ਹੈ ਫਿਰ ਆ ਚੀਜ਼ ਚੱਲੇਗੀ। ਠੀਕ ਹੈ, ਇਹ ਵੀ ਕੰਟਰੋਲ ਕਰਨਾ ਕਹਿੰਦੇ ਆਪਾਂ, ਕਿ ਪ੍ਰੋਗਰਾਮ ਦੇ ਫਲੋ ਨੂੰ ਕੰਟਰੋਲ ਕਰ ਲਿਆ, ਕਿ ਜੇ ਕੰਡੀਸ਼ਨ ਸਹੀ ਹੈ ਤਾਂ ਆਹ ਵਾਲੀ ਲਾਈਨ ਚੱਲੂਗੀ ਅਗਲੀ, ਨਹੀਂ ਤਾਂ ਜੇ ਆ ਗਲਤ ਹੈ ਤਾਂ ਫਿਰ ਪ੍ਰੋਗਰਾਮ ਸਿੱਧਾ ਹੀ ਨੀਚੇ ਆ ਜਾਊਗਾ, ਕਰਲੀ ਬ੍ਰੈਕਟ ਤੋਂ ਬਾਹਰ, ਯਾਨੀ ਇਫ ਦੀ ਬੋਡੀ ਤੋਂ ਬਾਹਰ ਆ ਜਾਊਗਾ। ਠੀਕ, ਜਿਵੇਂ ਪਹਿਲਾਂ ਤੁਹਾਨੂੰ ਬੋਰਡ ਤੇ ਸਮਝਾਇਆ। ਠੀਕ, ਹੁਣ ਇਹਨੂੰ ਆਪਾਂ ਰਨ ਕਰਕੇ ਦੇਖਦੇ ਹਾਂ ਪ੍ਰੈਕਟੀਕਲੀ। ਦੋ ਐਰਰਸ ਆ ਰਹੀਆਂ ਨੇ। ਕੀ ਐਰਰਸ ਨੇ? ਉਹ ਉੱਥੇ ਆਪਣੇ ਕੋਲੇ ਡਾਟ ਪੈ ਗਿਆ, ਡਾਟ ਇਸ ਤੋਂ ਬਾਅਦ ਤੁਹਾਨੂੰ ਮੈਂ ਦੱਸਿਆ ਵੀ ਪਹਿਲੇ ਲੈਕਚਰ ਦੇ ਵਿੱਚ ਹੀ। ਚਲੋ ਮੈਂ ਪਹਿਲਾ ਲੈਕਚਰ ਦੁਬਾਰਾ ਰਿਕਾਰਡ ਕਰਕੇ ਤੁਹਾਨੂੰ ਭੇਜ ਦੂੰਗਾ, ਜਿਨ੍ਹਾਂ ਨੇ ਨਹੀਂ ਮੇਰਾ ਲੈਕਚਰ ਲਾਇਆ।
ਤਾਂ ਮੈਂ ਤੁਹਾਨੂੰ ਦੱਸਿਆ ਕਿ ਕੰਪਾਈਲਰ ਹੈ ਜਿਹੜਾ ਜਾਂ ਕੰਪਿਊਟਰ ਹੈ ਉਹ ਮਾੜੀ ਜੀ ਗਲਤੀ ਵੀ ਬਰਦਾਸ਼ਤ ਨਹੀਂ ਕਰਦਾ ਬੋਲੀ ਦੇ ਵਿੱਚ। ਇਹ ਭਾਸ਼ਾ ਹੀ ਹੈ ਨਾ, ਸੀ ਭਾਸ਼ਾ, ਸੀ ਭਾਸ਼ਾ 'ਚ ਮਾੜੀ ਜੀ ਵੀ ਗਲਤੀ ਹੋਵੇ ਬਰਦਾਸ਼ਤ ਨਹੀਂ ਕਰਦਾ। ਜਿਵੇਂ ਆਪਾਂ ਬੋਲਦੇ ਹਾਂ, ਆਪਾਂ ਫੈਨ ਨੂੰ ਫੈਨ ਬੋਲ ਦਈਏ, ਫੈਨ ਚੱਲ ਰਿਹਾ ਹੈ, ਜਾਂ ਪੰਖਾ ਚੱਲ ਰਿਹਾ ਹੈ, ਪੱਖਾ ਕੋਈ ਪੱਖਾ ਬੋਲਦਾ, ਕੋਈ ਪੰਖਾ ਬੋਲਦਾ, ਤਾਂ ਆਪਾਂ ਨੂੰ ਸਮਝ ਆ ਜਾਂਦੀ ਹੈ। ਬਟ ਇਹਨੂੰ ਨਹੀਂ ਸਮਝ ਆਉਣੀ, ਇਹਨੂੰ ਜਿਵੇਂ ਜਿਵੇਂ ਜਿੱਥੇ ਬਿੰਦੀ ਉੱਤੇ ਬਿੰਦੀ ਹੀ ਲੱਗੂਗੀ, ਜਿੱਥੇ ਕੋਈ ਵੀ ਚਿੰਨ ਹੈ ਉਹੀ ਚਿੰਨ ਲਾਉਣਾ ਪਊਗਾ ਉੱਥੇ ਆਪਾਂ। ਠੀਕ ਹੈ, ਠੀਕ ਹੈ। ਤਾਂ ਇਸ ਤਰੀਕੇ ਨਾਲ ਆਪਣੇ ਕੋਲੇ ਫਿਰ, ਨਹੀਂ ਤਾਂ ਉਹ ਐਰਰ ਦਊਗਾ ਪ੍ਰੋਗਰਾਮ ਆਪਣਾ। ਹੁਣ ਚੱਲ ਪਿਆ, ਕੀ ਆ ਰਿਹਾ ਸਕਰੀਨ ਦੇ ਉੱਪਰ? ਕੁਝ ਵੀ ਨਹੀਂ, ਵਾਈਟ ਸਕਰੀਨ ਆਉਣੀ ਹੈ, ਮਤਲਬ ਖਾਲੀ ਸਕਰੀਨ ਆਊਗੀ। ਨੈਚੁਰਲੀ ਕਿਉਂ ਆਊਗੀ ਖਾਲੀ ਸਕਰੀਨ? ਕਿਉਂਕਿ ਉਹ ਪ੍ਰਿੰਟਐਫ ਵਾਲੀ ਕਮਾਂਡ ਨਹੀਂ ਚੱਲੀ, ਆਹ ਵਾਲੀ ਲਾਈਨ ਇੱਥੇ ਨਹੀਂ ਚੱਲੀ, ਇਹ ਵੱਡਾ ਹੈ B ਤੋਂ। ਠੀਕ ਹੈ, ਬਟ ਕਿਉਂ ਨਹੀਂ ਚੱਲੀ? ਕਿਉਂਕਿ ਆ A ਛੋਟਾ ਹੈ B ਤੋਂ। ਇੱਥੇ ਆਪਾਂ ਕੀ ਲਿਖਦੇ ਹਾਂ, ਕੀ ਕੰਡੀਸ਼ਨ ਹੈ? A ਵੱਡਾ ਹੈ B ਤੋਂ। ਇਹ ਗੱਲ ਕੀ ਹੋ ਗਈ? ਗਲਤ ਹੋ ਗਈ। ਆ A ਵੱਡਾ B ਤੋਂ ਗੱਲ ਗਲਤ ਹੋ ਗਈ, ਕੰਡੀਸ਼ਨ ਗਲਤ ਹੋ ਗਈ, ਇਸ ਲਈ ਆ ਚੀਜ਼ ਨਹੀਂ ਚੱਲੀ। ਹੁਣ ਇਹ ਸਹੀ ਕਦੋਂ ਹੋਊਗੀ? ਜਦੋਂ A ਨੂੰ ਵੱਡਾ ਕਰਾਂਗੇ B ਤੋਂ। A ਨੂੰ ਕਿੰਨਾ ਕਰ ਦੋ? ਮਤਲਬ 12 ਕਰ ਦੋ। ਹੁਣ ਚਲਾ ਕੇ ਦੇਖੋ ਕੀ ਆਊਗਾ। ਪਹਿਲਾਂ ਆ ਲਾਈਨ ਚੱਲੂ, ਉਵੇਂ A ਤੇ B ਨੂੰ ਮੈਮਰੀਆਂ ਮਿਲ ਗਈਆਂ, ਡੱਬੇ ਮਤਲਬ ਮੈਮਰੀ ਮਿਲ ਗਈ ਰੈਮ ਦੇ ਵਿੱਚ। A ਨੂੰ ਵੈਲਿਊ ਮਿਲ ਗਈ 12, B ਨੂੰ ਮਿਲ ਗਈ 8। ਹੁਣ A ਦੇ ਵਿੱਚ ਕਿੰਨਾ? 12, B ਦੇ ਵਿੱਚ 8। ਫਿਰ ਚੈੱਕ ਹੁੰਦਾ ਇਫ ਕੰਡੀਸ਼ਨ ਚੱਲਦੀ ਹੈ, ਇਹਦੀ ਕੰਡੀਸ਼ਨ ਕੀ ਹੈ ਹੁਣ? ਸਹੀ ਹੈ, ਤਾਂ ਸਹੀ ਹੈ ਤਾਂ ਆਹ ਵਾਲੀ ਬੋਡੀ ਦੇ ਵਿੱਚ ਚਲਾ ਜਾਊਗਾ ਪ੍ਰੋਗਰਾਮ, ਯਾਨੀ ਆ ਚੱਲੂਗਾ A ਵੱਡਾ ਹੈ B ਤੋਂ। ਠੀਕ ਹੈ ਰਾਜੇ, ਇਹਨੂੰ ਰਨ ਕਰਕੇ ਦੇਖਦੇ ਹਾਂ। A ਵੱਡਾ ਹੈ B ਤੋਂ, ਹੁਣ ਚੱਲੂਗਾ ਨੈਚੁਰਲੀ। ਠੀਕ ਹੈ, ਜੇ ਇਹਨੂੰ ਬਹੁਤ ਵਧੀਆ ਬਣਾ ਸਕਦੇ ਹਾਂ, ਜਿਵੇਂ ਆਪਾਂ ਇੱਥੇ ਤੁਹਾਨੂੰ ਪਿਛਲੀ ਲੈਕਚਰ ਦੇ ਵਿੱਚ ਮੈਂ ਦੱਸਿਆ ਸੀ, ਸਕੈਨ F ਯੂਜ਼ ਕਰਕੇ A ਦੇ B ਦੇ ਵਿੱਚ ਵੈਲਿਊਜ਼ ਪਵਾ ਸਕਦੇ ਹਾਂ। ਸਕੈਨ F %D, ਇਹ ਪਹਿਲਾਂ ਆਪਾਂ ਕਰ ਚੁੱਕੇ ਹਾਂ ਪਿਛਲੇ ਲੈਕਚਰ ਦੇ ਵਿੱਚ, ਕਿਵੇਂ ਵੈਲਿਊ ਪਾਉਣੀ ਹੈ ਉਹ ਮੈਂ ਹੁਣ ਦੁਬਾਰਾ ਦੁਹਰਾਉਂਗਾ ਨਹੀਂ। ਪਿਛਲਾ ਲੈਕਚਰ ਦੇਖ ਲਓ, ਰਿਕਾਰਡਡ ਪਿਆ ਆਪਣੇ ਕੋਲੇ, ਮੈਂ ਲਿੰਕ ਭੇਜਿਆ ਹੋਇਆ। %D A ਐਂਡ A, ਇੱਥੇ ਕੀ ਬਣਦਾ? ਐਂਡ A। ਠੀਕ, ਉਸ ਤੋਂ ਬਾਅਦ ਇਸ ਤਰੀਕੇ ਨਾਲ ਹੀ ਸਕੈਨ F ਹੁਣ B ਦੇ ਵਿੱਚ ਵੈਲਿਊ ਪਾਉਣੀ ਹੈ। ਕਦੋਂ? ਜਦੋਂ ਪ੍ਰੋਗਰਾਮ ਰਨ ਕਰ ਰਿਹਾ ਉਦੋਂ ਵੈਲਿਊ ਪਾਉਣੀ ਆਪਾਂ ਨੇ। ਠੀਕ ਹੈ, ਇੱਥੇ ਤਾਂ ਆਪਾਂ ਸਿੱਧੀ ਦੇ ਰਹੇ ਸੀਗੇ, %D, ਐਂਡ B। ਠੀਕ ਹੈ, ਤੇ ਨੀਚੇ ਕੀ ਆ ਗਿਆ ਆਪਣੇ ਕੋਲੇ? ਠੀਕ ਹੈ, ਇਹਦੇ ਨਾਲ ਕੀ ਹੋਊਗਾ? ਜੋ ਪ੍ਰੋਗਰਾਮ ਰਨ ਕਰੂ, ਆਪਾਂ ਆਪਣੀ ਮਰਜ਼ੀ ਦੀ, ਹੁਣ ਹਰੇਕ ਵਾਰ ਪ੍ਰੋਗਰਾਮ ਦੇ ਵਿੱਚ ਆਪਣੀ ਮਰਜ਼ੀ ਦੀ ਕੋਈ ਵੈਲਿਊ ਪਾ ਸਕਦੇ ਹਾਂ A ਤੇ B ਦੀ। ਇਹ ਕਿਉਂ ਆ ਰਿਹਾ? ਪਿਛਲੀ ਵੈਲਿਊ ਆਊਟਪੁੱਟ ਰਹਿ ਰਹੀ ਹੈ, ਤਾਂ ਕਰਕੇ ਆਪਾਂ ਚਲੋ A ਦੀ ਵੈਲਿਊ ਪਾ ਲਓ, 2 ਪਾ ਲਓ। ਮੈਂ ਦੁਬਾਰਾ ਰਨ ਕਰਕੇ ਦਿਖਾ ਦਿੰਦਾ। ਇੱਥੇ ਆਪਾਂ ਕੀ ਲਾਉਣਾ ਪਊਗਾ? ਕਲੀਅਰ ਸਕਰੀਨ, ਕਿਉਂਕਿ ਪਿਛਲੀ ਵੈਲਿਊ ਨਹੀਂ ਤਾਂ ਪਿਛਲੀ ਆਊਟਪੁੱਟ ਆਪਣੇ ਕੋਲ ਦੁਬਾਰਾ ਦਿਖ ਰਹੀ ਹੈ, ਆਪਾਂ ਚਾਹੁੰਦੇ ਹੋ ਨਾ ਦਿਖੇ। CLR SCR, ਕਲੀਅਰ ਸਕਰੀਨ ਲਾ ਦੋ। ਤਾਂ ਪਹਿਲਾਂ ਆਹ ਵਾਲੀ ਲਾਈਨ ਚੱਲੂ, ਫਿਰ ਕਲੀਅਰ ਸਕਰੀਨ ਚੱਲੂ, ਫਿਰ ਸਕੈਨ F ਕਰੂਗਾ। ਠੀਕ ਹੈ, ਤਾਂ ਹੁਣ ਕਲੀਅਰ ਸਕਰੀਨ ਹੋ ਗਿਆ। ਉਸ ਤੋਂ ਬਾਅਦ ਕਿਉਂ ਖੜਾ ਕਰ ਸਰ? ਪੁੱਛ ਰਿਹਾ ਵੈਲਿਊ ਸਕੈਨ F, ਕਿਉਂਕਿ ਅਗਲੀ ਲਾਈਨ ਸਕੈਨ F ਹੈ, ਉੱਥੇ ਖੜਨਾ ਹੀ ਖੜਨਾ ਸਕੈਨ F ਤੇ। ਉਹਨੇ ਆਪਣੇ ਵੈਲਿਊ ਪਾਤੀ 8, ਹੁਣ B ਦੀ ਪਾਈ ਮੰਨ ਲਓ, ਹੁਣ B ਦੀ ਪੁੱਛ ਰਿਹਾ, ਦੂਜੀ ਵਾਰ ਕਿਉਂ ਖੜਾ? B ਦੀ ਵੈਲਿਊ ਪੁੱਛ ਰਿਹਾ। ਆਪਣੇ ਪਾਤੀ 3, ਐਂਟਰ ਮਾਰਾਂ, ਕੀ ਹੋਊਗਾ? ਆਊਗਾ A ਵੱਡਾ ਹੈ, ਪਹਿਲੀ ਵੈਲਿਊ A ਦੀ ਹੈ ਨਾ, ਤਾਂ A ਵੱਡਾ ਹੈ B ਤੋਂ। ਠੀਕ ਹੈ, ਹੁਣ ਮੈਂ ਦੁਬਾਰਾ ਤੁਹਾਨੂੰ ਰਨ ਕਰਕੇ ਦਿਖਾਉਣਾ। ਹੁਣ ਆਪਾਂ ਪਾਈ ਵੈਲਿਊ, ਹੁਣ A ਦੀ ਵੈਲਿਊ ਪੁੱਛ ਰਿਹਾ ਹੈ, ਤਾਂ ਆਪਾਂ ਨੇ ਪਾਈ ਮੰਨ ਲਓ 5, B ਦੀ ਵੈਲਿਊ ਪਾਈ ਆਪਾਂ ਨੇ 9। ਕੀ ਆਊਗਾ ਆਨਸਰ? ਆਊਟਪੁੱਟ ਕੀ ਆਊਗੀ? A ਵੱਡਾ B ਤੋਂ ਆਊਗਾ? ਨਹੀਂ, ਕੁਝ ਨਹੀਂ ਆਊਗਾ, ਕਿਉਂਕਿ ਉਹ ਲਾਈਨ ਉਹਨੇ ਚਲਾਈ ਹੀ ਨਹੀਂ। ਆ ਦੇਖੋ ਖਾਲੀ ਆ ਰਿਹਾ। ਠੀਕ ਹੈ, ਇਹਦਾ ਮਤਲਬ ਪ੍ਰੋਗਰਾਮ ਬਾਹਰ ਚਲਾਇਆ, ਗੈਲੈਕਸੀ ਇਸ ਤੇ ਜਾ ਕੇ ਖੜ ਰਿਹਾ। ਠੀਕ, ਇੰਨਾ ਕੀ ਕਰਦੇ ਹਾਂ ਅੱਜ ਆਪਾਂ। ਇਸ ਤੋਂ ਬਾਅਦ ਨੈਕਸਟ ਲੈਕਚਰ ਦੇ ਵਿੱਚ ਰਿਕਾਰਡਡ ਹੀ ਲੈਕਚਰ ਜ਼ਿਆਦਾ ਭੇਜਿਆ ਕਰੂੰਗਾ, ਕਿਸੇ ਕਿਸੇ ਦਿਨ ਆਪਾਂ ਡਾਊਟ ਲੈ ਲਿਆ ਕਰਾਂਗੇ। ਠੀਕ ਹੈ, ਹਫਤੇ ਦੇ ਵਿੱਚ 2 ਦਿਨ ਆਪਾਂ ਲਾਈਵ ਲੈਕਚਰ ਲਾ ਦਿਆ ਕਰਾਂਗੇ, ਉਹਦੇ ਵਿੱਚ ਡਾਊਟ ਲੈ ਲਿਆ ਕਰਾਂਗੇ ਆਪਾਂ ਕਿ ਤੁਹਾਨੂੰ ਕੋਈ ਪ੍ਰੋਬਲਮ ਆ ਰਹੀ ਹੈ, ਕੋਈ ਸਮਝਣਾ ਕੁਝ ਐਕਸਟਰਾ। ਬਾਕੀ ਆਪਾਂ ਰਿਕਾਰਡਡ ਲੈਕਚਰ ਨਾਲ ਹੀ ਮੇਰਾ ਖਿਆਲ ਜ਼ਿਆਦਾ ਸਹੀ ਰਹਿੰਦਾ, ਕਿਉਂਕਿ ਬੱਚੇ ਬਾਅਦ ਵਿੱਚ ਜਦੋਂ ਮਰਜ਼ੀ ਦੇਖ ਸਕਦੇ ਨੇ ਉਹਨੂੰ। ਠੀਕ ਹੈ, ਠੀਕ ਹੈ ਰਾਜੇ, ਥੈਂਕ ਯੂ।